अस्सलाम वालेकुम रहमतुल्लाहि व बरकातहू। अबू अब्दुल्ला हाज़िर खिदमत है। आज हमारे पास समीउल्लाह मौजूद है। समीउल्लाह एक मुद्दत से एक अरसे से ना बीमार हैं। चलने फिरने से कासर तो नहीं कह सकता, लेकिन 2 किलो पूरी ज़िंदगी वज़न नहीं उठाया। उनको आज 5वां मतलब वीक है हमारे पास आते हुए। बेहतरीन इंसान है, ड्राइविंग के शोबे से मुंसलिक है और लाहौर में जॉब करते हैं, सियालकोट के रहने वाले हैं। इतना तारफ मैंने करवा दिया, बाकी ना समीउल्लाह से बात करते हैं। समीउल्लाह कैसे हैं आप? अल्हम्दुलिल्लाह, अल्लाह का शुक्र है जी। ठीक ठाक आपकी दुआ है। कितना अरसा हो गया बीमार हुए? ਮੈਨੂੰ तकरीबन कोई 35 ਤੋਂ 37 ਸਾਲ ਹੋ ਗਏ। पंजाबी जी गल करते हैं। 35 ਤੋਂ 37 ਸਾਲ ਹੋ उम्र ਗਏ। कितनी ਮੈਨੂੰ- हो गई है? ਮੇਰੀ 40 ਸਾਲ ਉਮਰ ਹੋ ਗਈ ਹੈ। यानी तुसी बचपन तो बीमार? ਮੈਂ ਬਚਪਨ ਤੋਂ ਹੀ ਤਕਰੀਬਨ इशू की आ रहा ਸੀ? ਇਸ਼ੂ ਸਾਡੀ audience ਕੋਈ ਨੂੰ ਦੱਸੋ। ਬੰਦਾ ਮੈਨੂੰ ਕਹਿ ਰਿਹਾ ਸੀ ਕਿ ਜੀ ਬੜਿਆਂ ਹਕੀਮਾਂ ਕੋਲ ਮੈਂ ਗਿਆ ਵਾਂ, ਕੋਈ ਮੈਨੂੰ ਕਹਿ ਰਿਹਾ ਸੀ ਕਿ ਤੈਨੂੰ ਗੈਂਠੀ ਹੈ, ਕੋਈ ਹਵਾਈ ਕਿਸੇ ਗੈਂਠੀ ਹੈ, ਡਾਕਟਰ ਕੋਲ ਵੀ ਕੋਈ ਗਏ? ਕਿਸੇ ਡਾਕਟਰਾਂ ਕੋਲ ਗਏ ਆ, ਮੈਡੀਕਲ ਡਾਕਟਰਾਂ ਕੋਲ ਗਏ ਆ। ਫਿਰ ਉਸ ਤੋਂ ਬਾਅਦ ਪੰਸਾਰ ਜਿਹੜੇ ਦੇਸੀ ਹਕੀਮ ਹੁੰਦੇ ਨੇ ਉਹਨਾਂ ਕੋਲ ਗਏ ਆ। ਕੋਈ ਬੜੀ ਕਿਸਮ ਦੇ ਤੇਲ ਦਿੱਤੇ ਨੇ ਉਹਨਾਂ ਨੇ, ਦਵਾਈਆਂ ਦਿੱਤੀਆਂ ਨੇ। ਕਿਸੇ ਨੇ ਜਿਸਮ ਬਿਲਕੁਲ ਕੱਚਾ ਕਰ ਦਿੱਤਾ, ਕਿਸੇ ਨੇ ਕੋਈ ਨਹੀਂ। ਹਫਤਾ ਇੱਕ ਆਰਾਮ ਰਹਿੰਦਾ ਸੀ, ਉਸ ਤੋਂ ਬਾਅਦ ਫਿਰ ਗੜਬੜ? ਫਿਰ ਉਹ ਗੜਬੜ ਰਹਿੰਦੀ ਸੀ। ਅਖੀਰ ਮੈਨੂੰ ਕਿਸੇ ਨੇ ਦੱਸਿਆ ਕਿ ਜੀ ਤੈਨੂੰ ਜਾਦੂ ਹੈ, ਕਾਲਾ ਇਲਮ ਹੈ, ਤੇਰਾ ਜਿਸਮ ਬਣਿਆ ਹੈ ਕਿਸੇ ਨੇ। ਤੇ ਉਸ ਵਾਸਤੇ ਵੀ ਕਿਸੇ ਦੇ ਕੋਲ ਮੈਂ ਜਾਂਦਾ ਰਿਹਾ ਵਾਂ। ਜਾ ਕੇ ਤੇ ਉਹ ਮੈਂ ਦਮਸ਼ਮ ਕਰਾਨਾ ਹਾਂ, ਤੇ ਮੈਨੂੰ ਇੱਕ ਹਫਤੇ ਚ ਆਰਾਮ ਆ ਜਾਂਦਾ ਸੀ। ਫਿਰ ਉਸ ਹਫਤੇ ਚ, ਫਿਰ ਦੂਸਰੇ ਹਫਤੇ ਚ ਉਸੇ ਤਰ੍ਹਾਂ ਹੀ ਰਹਿ ਜਾਂਦਾ ਹਾਂ। ਅੱਛਾ। ਇਸੇ ਮੈਂ ਤੁਹਾਡੇ ਕੋਲ ਇਸੇ ਖਿਦਮਤ ਵਾਸਤੇ ਹਾਜ਼ਰ ਹੋਇਆ ਹਾਂ ਕਿ ਮੇਰੇ ਕੋਲ ਨਾ ਮੈਨੂੰ ਕਿਸੇ ਨੇ ਫੜਿਆ ਜਿਨ੍ਹਾਂ ਨੇ, ਜਾਂ ਕੋਈ ਜਿਸਮ ਚ ਮੇਰੇ ਜਿਨਾ ਇਹ ਚੀਜ਼ ਹੈਗੀ ਹੈ। ਇਹ ਚੀਜ਼ ਸਭ ਤੋਂ ਪਹਿਲੇ ਦੱਸੋ ਵੀ ਸਾਡੇ ਕੋਲ ਤੁਹਾਨੂੰ ਕਿਸੇ ਭੇਜਿਆ ਜਾਂ ਸਾਨੂੰ ਤੁਸੀਂ ਫਾਲੋ ਕਰਦੇ ਰਹਿੰਦੇ? ਮੈਂ ਤੁਹਾਨੂੰ ਫਾਲੋ ਕੀਤਾ ਤੁਹਾਡੇ ਮੋਬਾਈਲ ਤੋਂ। ਕਿੰਨੇ ਅਰਸੇ ਤੋਂ ਦੇਖ ਰਹੇ ਹੋ? ਮੈਂ ਤਕਰੀਬਨ ਪਿਛਲੇ ਸਾਲ ਤੋਂ ਤਕਰੀਬਨ ਦੇਖ ਰਿਹਾ। ਸਾਡੇ ਆਡੀਅנס ਜੋ ਦੇਖਦੇ ਨੇ, ਕਿਆ ਉਹ ਤੁਹਾਨੂੰ ਸੱਚ ਲੱਗਣ ਲੱਗ ਗਿਆ? ਮੈਨੂੰ ਲੱਗਦਾ ਸੀ, ਸੱਚ ਲੱਗਦਾ ਸੀ, ਤੇ ਮੈਂ ਹਾਜ਼ਰ ਹੋਇਆ ਤੁਹਾਡੇ ਕੋਲ ਜਨਾਬ। ਅੱਛਾ, ਤੇ ਇਹਨਾਂ 5 ਹਫ਼ਤਿਆਂ 'ਚ ਕੀ ਚੇਂਜਿੰਗ ਕੀ ਹੈ? ਇਹਦੇ ਚ ਇਹ ਚੇਂਜਿੰਗ ਆਈ ਹੈ ਕਿ ਤੁਸੀਂ ਮੈਨੂੰ ਇਹ ਦੱਸਿਆ ਕਿ ਇਹ ਤੈਨੂੰ ਮਸਲਾ ਨਹੀਂ ਹੈਗਾ, ਜਾਦੂ ਵਾਲਾ ਕੋਈ? ਜਾਦੂ ਵਾਲਾ ਮਸਲਾ ਕੋਈ ਨਹੀਂ ਹੈਗਾ। ਮੈਂ ਜਾਨ ਮੈਂ ਅੱਲਾ ਨੂੰ ਦੇਣੀ ਹੈ, ਮੈਂ ਤੇਰੇ ਕੇ ਝੂਠ ਨਹੀਂ ਮਾਰਦਾ। ਨਹੀਂ, ਦੇਖੋ ਮੇਰੀ ਗੱਲ ਸੁਣੋ, ਇੱਕ ਮੁਆਲਿਜ ਦਾ ਕੰਮ ਹੈ। बेहतरीन मुआलिज मैं तो उन्होंने कहता है रूहानी भी है, यानी सोल के सिस्टम ਨੂੰ ਵੀ ਸਮਝਦਾ ਹੈ, ਜਿਹੜਾ ਬੋਡੀ ਦੇ ਵੀ ਸਿਸਟਮ ਨੂੰ ਸਮਝਦਾ ਹੈ। रूहानी ਤੇ ਜਿਸਮਾਨੀ ਜਿਹੜਾ ਮੁਆਲਿਜ ਹੈ ਨਾ, ਉਹਦੀ ਇਮਾਨਦਾਰੀ ਉਹ ਡਿਫਾਈਨ ਕਰਕੇ ਤੁਹਾਨੂੰ ਦੱਸਿਆ। ਇਹ ਚੀਜ਼ ਮੈਨੂੰ ਬਹੁਤ ਅੱਛੀ ਲੱਗੀ, ਬਹੁਤ ਅੱਛੀ ਲੱਗੀ। ਬਈ ਇੱਥੇ ਤੁਸੀਂ ਜਿਹੜੀ ਦੁਕਾਨ ਤੇ ਜਾਓਗੇ, ਦੁਕਾਨ ਮਰਾਦ ਆਸਤਾਨਾ ਹੈ, ਭਾਵੇਂ ਪੀਰਖਾਨਾ ਹੈ ਤੇ ਭਾਵੇਂ ਦੁਆਖਾਨਾ ਹੈ। ਜੀ। ਤੁਸੀਂ ਜਿੱਥੇ ਜਾਓਗੇ ਨਾ, ਜਿੱਥੇ ਕੋਈ रूहानी आमल बैठा है, कामल ਦੀ ਗੱਲ ਨਹੀਂ ਕਰਦੇ, ਆਮਲ ਦੀ ਗੱਲ ਕਰਨਾ ਪਿਆ, ਉਹ ਤੁਹਾਨੂੰ ਜਾਣਦੇ ਨਾਲ ਕਹੇਗਾ ਜਾਦੂ ਕਰ ਦਿੱਤਾ ਗਿਆ। ਉਹਦੇ ਕੋਲੋਂ ਕਿਹੜਾ ਐਸਾ ਪੈਮਾਨਾ ਹੈ ਕਿ ਮਿੰਟ ਮਾਰ ਕੇ ਤੁਹਾਨੂੰ ਕਹਿੰਦਾ ਜਾਦੂ ਕਰ ਦਿੱਤਾ ਗਿਆ? ਇਹ ਚੀਜ਼ ਮੈਂ ਤੁਹਾਡੇ ਅੱਗੇ ਸ਼ੇਅਰ ਕੀਤੀ ਸੀ ਤੇ ਹੋਰ ਚੀਜ਼ਾਂ ਜਦੋਂ ਸਾਡੇ ਸ਼ੁਰਫਾ ਲੋਕ, ਭਲਾ ਮਨਸ ਲੋਕ ਇਸ ਗੱਲ ਦੇ ਪਿੱਛੇ ਪੈ ਜਾਂਦੇ ਨੇ ਕਿ ਸਾਡੇ ਤੇ ਜਾਦੂ ਹੋ ਗਿਆ ਹੈ, ਫਿਰ ਸਰ ਜਾਦੂ ਦਾ ਹੱਲ ਕਿਤੇ ਨਹੀਂ ਹੁੰਦਾ। ਪੂਰੀ ਜ਼ਿੰਦਗੀ ਤੁਹਾਡੇ ਤਰ੍ਹਾਂ ਜਿਵੇਂ ਤੁਸੀਂ ਲੋਕਾਂ ਦੇ ਪਿੱਛੇ ਭੱਜੇ ਰਹੋਗੇ। ਖੈਰ, ਇਹ ਤਾਂ ਇੱਕ ਅਲੱਗ ਬਹਿਸ ਹੈ। ਜੋ ਅਸੀਂ ਐਕਸਰਸਾਈਜ਼ ਕਰਾਈ, ਜੋ ਅਸੀਂ ਮੈਡੀਕੇਸ਼ਨ ਕੀਤੀ, ਉਹਦੇ ਨਾਲ ਫਰਕ ਫਾਇਦਾ ਕੀ ਹੈ, ਜ਼ਰਾ ਇਹ ਤਾਂ ਸਾਨੂੰ ਦੱਸੋ। ਮੈਨੂੰ ਜੀ ਅੱਲਾ ਦੀ ਰਹਿਮਤ ਹੈ, ਮੈਂ ਇੰਨਾ ਖੁਸ਼ ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਕੱਲ 20 ਕਿਲੋ ਦਾ ਪੱਥਰ ਚੁੱਕਿਆ ਕਿ ਉਹ ਮੈਂ ਉੱਤੇ ਟੌਪ ਤੇ ਮੈਂ ਵੀਡੀਓ ਲਾ ਛੱਡੀ ਏ, ਮੈਂ ਲਾਣੀ ਹੈ ਵੀਡੀਓ ਤਾਂ ਕਿ ਮੇਰੇ ਆਡੀਅנס ਵੇਖਣ ਕਿ ਉਹ 20 ਕਿਲੋ ਦਾ ਪੱਥਰ ਚੁੱਕਿਆ। ਜਿਹੜਾ ਵੇ ਮੇਰੇ ਜਿਸਮ ਦੇ ਜਿਹੜੇ ਟੋਟਲ ਪੱਠੇ ਜਿਹੜੇ ਨੇ ਉਹ ਕੰਮ ਨਹੀਂ ਸੀ ਕਰਦੇ, ਕਿ ਮੈਂ ਆਪਣੇ ਉੱਠਣ ਤੋਂ ਆਵਾਜ਼ਾਰ ਸਾਂ, ਆਪਣੇ ਤੁਰਨ ਤੋਂ ਬਸ ਇਹਦਨ ਕਿ ਮੈਂ ਬਾਥਰੂਮ ਲੋਟਾ ਵੀ ਨਹੀਂ ਸੀ ਚੁੱਕ ਸਕਦਾ। ਹੁਣ ਅੱਜ ਤੇ ਅੰਦਰੂਨੀ ਗੱਲ ਹੈ ਨਾ, ਤੁਹਾਨੂੰ ਕੀ ਦੱਸਦਾ ਸਾਂ। ਤੇ ਤੁਸੀਂ ਦੇ ਕੋਲ ਆਇਆ, ਤੁਹਾਡੀ ਇੰਨੀ ਮਿਹਰਬਾਨੀ ਹੈ ਕਿ ਨਹੀਂ, ਕੋਈ ਸਾਡੀ ਮਿਹਰਬਾਨੀ ਨਹੀਂ ਹੈ, ਸਾਡਾ ਕੰਮ। ਮੈਨੂੰ ਚੌਥਾ ਹਫਤਾ ਹੋ ਗਿਆ ਅਲਹਮਦੁਲਿਲਾ। ਮੈਂ ਜਿੱਥੇ ਅੱਜ 5ਵਾਂ ਸੈਸ਼ਨ ਸੀ, 5ਵਾਂ, ਹਾਂਜੀ, ਜਿੱਥੇ ਮੈਂ ਰਹਿਣਾ ਪਿਆ ਵਾਂ ਉਹਨਾਂ ਸਾਰਿਆਂ ਨੂੰ ਵੀ ਪਤਾ ਲੱਗਦਾ ਪਿਆ ਕਿ ਸਮੀ ਜਿਹੜਾ ਨਾ ਸਿੱਧਾ ਪੱਧਰਾ ਹੋ ਰਿਹਾ ਵੇ। ਇੱਥੇ ਕੰਮ ਕਿੱਥੇ ਕਰਦੇ ਹੋ? ਘਰ ਮੈਂ ਡਿਫੈਂਸ ਕਰਨਾ, ਕਿਸੇ ਦੇ ਘਰ ਮੁਲਾਜ਼ਮਤ ਕਰਨਾ, ਗੱਡੀ ਚਲਾਉਣਾ। ਅੱਲਾ ਉਹਨਾਂ ਦਾ ਵੀ ਭਲਾ ਕਰ ਦੇਵੇ। ਉਹਨਾਂ ਦਾ ਵੀ ਭਲਾ ਕਰੇ ਜੀ। ਬਸ ਉਹ ਇਸ ਟਾਈਮ ਬਹੁਤ ਜ਼ਿਆਦਾ ਮੈਂ ਡਿਸਾਈਡ ਹੋਇਆ ਹਾਂ ਕਿ ਮੇਰੇ ਕੋਲ ਗੱਡੀ ਦੀ ਹੈਂਡ ਬ੍ਰੇਕ ਵੀ ਨਹੀਂ ਥੱਲੇ ਹੁੰਦੀ, ਕਿਉਂਕਿ ਹੁਣ ਤੇ ਅਲਹਮਦੁਲਿਲਾ ਹੁਣ ਤੇ ਜਾਂ ਸਪੀਡ ਮਾਰ ਕੇ ਸੀਟ ਤੇ ਬਹਿ ਜਾਂਦਾ, ਉਤਰ ਵੀ ਜਾਂਦਾ, ਲੱਕ ਵੀ ਸਿੱਧਾ ਆ ਜਾਂਦਾ। ਅੱਲਾ ਦਾ ਸ਼ੁਕਰ ਹੈ ਅਲਹਮਦੁਲਿਲਾ। ਇੱਕ ਵਾਰੀ ਤੁਸੀਂ ਮੈਨੂੰ ਯਕਦਮ ਉੱਠ ਕੇ ਦਿਖਾਓ, ਪਿੱਛੇ ਕਰ ਵੀ ਥੋੜਾ ਜਿਹਾ ਚੱਲ ਕੇ ਦਿਖਾਓ, ਚੱਲ ਕੇ ਇੰਨਾ ਸਪੀਡ ਤੇ ਨਾਲ ਨਹੀਂ, ਜਰਾ ਆਰਾਮ ਦੇ ਨਾਲ ਜਿਹੜਾ ਨਾ ਮੈਂ ਚੱਲ ਸਕਦਾ ਕਿ ਇੰਨਾ ਕਿ ਮੈਂ ਜਦੋਂ ਤੁਸੀਂ ਪਹਿਲੇ ਦਿਨ ਆਏ ਸੀ ਐਵੇਂ ਉੱਠ ਨਹੀਂ ਤਾਂ ਮੈਂ ਜਦੋਂ ਪਹਿਲੇ ਦਿਨ ਆਇਆ ਹਾਂ, ਮੈਂ ਉਸ ਦਿਨ ਤੁਹਾਡੇ ਟੇਬਲ ਤੇ ਜ਼ੋਰ ਲਾ ਕੇ ਉੱਠਿਆ ਹਾਂ, ਮੈਂ ਖੜਾ ਨਹੀਂ ਸੀ ਹੋਇਆ। ਮੈਨੂੰ ਅੱਛੀ ਤਰ੍ਹਾਂ ਯਾਦ ਹੈ ਤੇ ਅੱਜ ਮੈਂ ਵੈਸੇ ਅੱਲਾਹ ਪਾਕ ਦੀ ਬੜਾ ਰਾਜ਼ੀ ਹਾਂ। ਅੱਲਾਹ ਨੇ ਤੁਹਾਨੂੰ ਸ਼ਫਾਅਤ ਆ ਕੀਤੀ, ਇਹਦੀ ਸਾਡੀ ਇੱਜ਼ਤ, ਸਾਡੀ ਰਿਸਪੈਕਟ ਹੈ। ਬੈਠੋ, ਪਹਿਲਾਂ ਤੁਸੀਂ ਜਦੋਂ ਬਹਿੰਦੇ ਸੀ ਨਾ ਧੜਮ ਕਰਕੇ ਡਿੱਗ ਪੈਂਦੇ। ਹਾਂਜੀ ਬਿਲਕੁਲ। ਹੁਣ ਮੈਂ ਆਪਣੀ ਵਾਹ। ਲੱਤ ਦੇ ਉੱਤੇ ਪੂਰਾ ਵਜ਼ਨ ਪਾ ਕੇ ਬੈਠ ਸਕਦਾ। ਤੁਸੀਂ ਨਾ ਸਮਝੋ 5 ਟਾਈਮ ਦੀ ਨਮਾਜ਼ ਸ਼ੁਰੂ ਕਰੋ,
ਧੰਨਵਾਦ। ਜਿਹੜੀ ਨਮਾਜ਼ ਸੀ ਉਹ ਵੀ ਬੜੀ ਵੱਡੀ ਐਕਸਰਸਾਈਜ਼ ਸੀ। ਹਾਂ ਬਿਲਕੁਲ ਤੇ ਬਿਲਕੁਲ। ਤੁਸੀਂ 5 ਦਿਨ ਦੀ ਨਮਾਜ਼ ਸ਼ੁਰੂ ਕਰੋ ਤੇ ਅੱਲਾਹ ਦਾ ਸ਼ੁਕਰ ਅਦਾ ਕਰਿਆ ਕਰੋ, ਸਾਡੇ ਸਰਦਾਰੇ ਵਾਸਤੇ ਦੁਆ ਕਰਿਆ ਕਰੋ। ਅਲਹਮਦੁਲਿਲਾ ਜਨਾਬ, ਮੇਰੇ ਘਰੋਂ ਵੀ ਕੱਲ ਦੁਆਵਾਂ ਹੀ ਨਿਕਲੀਆਂ ਨੇ ਤੁਹਾਡੇ ਵਾਸਤੇ। ਮੇਰੇ ਅੰਮੀ ਅੱਬੂ ਹੋਰੀ ਉਹਨਾਂ ਨੇ ਦੇਖਿਆ ਕਿ ਸਾਡਾ ਮੁੰਡਾ ਮਾਸ਼ਾਅੱਲਾ ਏਡਾ ਸਿੱਧਾ ਪੱਧਰਾ ਹੋ ਗਿਆ ਹੈ। ਅੱਲਾਹ ਦੀ ਰਹਿਮਤ ਹੋਈ ਹੈ ਤੁਹਾਡੇ ਸਿਰ ਤੇ। ਅੱਲਾਹ ਨੇ ਕੀਤਾ ਤੁਹਾਨੂੰ। ਅੱਲਾਹ ਨੇ ਕੀਤੀ ਹੈ ਤੁਹਾਡੇ ਬੇਸ਼ੱਕ ਹੱਥੋਂ ਕੀਤੀ ਬੇਸ਼ੱਕ। ਹੈ। ਔਰ ਬਸ ਮੈਂ ਖੁਸ਼ੀ ਨਾਲ ਹੁਣ ਅਖਰਾਜਾਤ ਵਾਲੇ ਪਾਸੋਂ ਤਾਂ ਨਹੀਂ ਅਸੀਂ ਬਹੁਤੇ ਤੌਰ ਤੇ ਵਜ਼ਨ ਨਹੀਂ ਪਾਉਂਦੇ। ਉਹ ਵੀ ਤਮਾਮ ਦੋਸਤਾਂ ਨਾਲ ਅਸੀਂ ਐਵੇਂ ਹੀ ਤਾਮਨ ਕਰਦੇ ਹਾਂ ਅਲਹਮਦੁਲਿਲਾ। ਉਹ ਵੀ ਕਿਸੇ ਕਿਸਮ ਦੀ ਮੈਨੂੰ ਪਰੇਸ਼ਾਨੀ ਨਹੀਂ ਆਉਣ ਦਿੱਤੀ ਤੁਸੀਂ ਜੀ। ਅੱਲਾਹ ਤੇ ਸਿਆਲਕੋਟ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ? ਮੇਰਾ ਚੁੰਡਾ ਸ਼ਹਿਰ ਹੈ। ਚੁੰਡਾ ਸ਼ਹਿਰ ਨਾਲ ਉਹਦੇ ਉਹਦੇ border ਹੈ। ਪਿੰਡ ਠਰੋ ਮੰਡੀ। ਅੱਛਾ, ਠਰੋ ਮੰਡੀ। ਮੇਰੇ ਜਿਹੜੇ ਆਡੀਅנס ਨੇ ਤੇਰੇ ਤਾਂ ਜਿਹੜੇ ਦੋਸਤ ਨੇ ਉਹ ਸਮੀਉੱਲਾ, ਉਹਨਾਂ ਨੂੰ ਤੂੰ ਕੀ ਪੈਗਾਮ ਦੇਣਾ? ਮੈਂ ਜਨਾਬ ਮੇਰੀ ਪਰਹੇਜ਼ ਤਰਫੋਂ- ਕੀ ਕੀਤਾ ਉਹ ਵੀ ਜ਼ਰਾ ਦੱਸ ਦੇ। ਪਰਹੇਜ਼ ਜਿਹੜਾ ਵੇ ਉਹ ਤਕਰੀਬਨ ਮੈਂ ਬਗਾਨੀ ਜਗ੍ਹਾ ਤੇ ਨੌਕਰੀ ਕਰਨਾ, ਪਰਹੇਜ਼ ਇੰਨਾ ਜ਼ਿਆਦਾ ਨਹੀਂ ਹੋ ਸਕਿਆ ਮੇਰੇ ਕੋਲ ਜਿਤਨਾ ਮੈਨੂੰ ਇਹਨਾਂ ਨੇ ਦੱਸਿਆ ਸੀ, ਲੇਕਿਨ ਜਿਤਨਾ ਮੈਂ ਕਰ ਸਕਿਆ ਉਤਨਾ ਮੈਂ ਕਰ ਸਕਿਆ। ਅੱਲਾ ਦਵਾਈ ਇਹਨਾਂ ਨੇ ਮੈਨੂੰ ਦੁੱਧ ਨਾਲ ਦੱਸੀ ਸੀ, ਕਿਲੋ ਦੁੱਧ ਲੈਣਾ ਵੇ, ਉਹ ਵੀ ਵਿੱਚ ਮੈਂ ਲੈਣਾ ਹਾਂ, ਕੁਝ ਵਸਾਇਲ ਦੀ ਵਜ੍ਹਾ ਤੋਂ ਮੈਂ ਘੱਟ ਲੈਣਾ ਸਾਂ, ਲੇਕਿਨ ਫਿਰ ਵੀ ਮੈਂ ਅੱਲਾ ਦਾ ਸ਼ੁਕਰ ਅਲਹਮਦੁਲਿਲਾ ਕਰਨਾ ਕਿ ਮੇਰੀ 4 ਹਫ਼ਤਿਆਂ 5 ਹਫ਼ਤਿਆਂ 'ਚ ਅੱਜ ਮੈਂ ਇੰਨਾ ਜੋਗਾ ਹੋ ਗਿਆ ਕਿ ਮੈਂ ਆਪਣੇ ਮਾਲਕਾਂ ਨੂੰ ਇਹ ਕਹਿ ਸਕਣਾ ਵਾ ਕਿ ਅਲਹਮਦੁਲਿਲਾ ਹਕੀਮ ਅਬੂ ਅਬਦੁੱਲਾ ਸਾਹਿਬ ਦੀ ਮਿਹਰਬਾਨੀ ਹੈ ਜਿਹਦੀ ਵਜ੍ਹਾ ਤੋਂ ਮੈਂ ਜਿਨ੍ਹਾਂ ਕੋਲ ਜੌਬ ਕਰਦੇ ਪਏ ਨੇ, ਸਭ ਤੋਂ ਪਹਿਲੇ ਤੇ ਮੈਂ ਉਹਨਾਂ ਨੂੰ ਸਲੂਟ ਕਰਨਾ ਕਿ ਤੁਹਾਡੀ ਤਾਰੀਫ ਮੇਰੇ ਅੱਗੇ ਆ ਕੇ ਕਰਦਾ। ਇੱਕ ਮਾਜ਼ੂਰ ਬੰਦੇ ਨੂੰ ਜਾਂ ਇੱਕ ਜਿਹੜਾ ਥੋੜਾ ਜਿਹਾ ਅਨਬੈਲੈਂਸ ਬੰਦਾ ਉਹਨੂੰ ਜੌਬ ਦੇਣੀ ਹੈ, ਸਦਕਾ ਜਾਰੀ ਹੈ। ਮੈਂ ਤੁਹਾਡੇ ਖਾਨਦਾਨ ਵਾਸਤੇ, ਤੁਹਾਡੇ ਵਾਸਤੇ ਬੇਹੱਦ ਦੁਆਵਾਂ ਕਰਦਾ। ਅੱਲਾਹ ਤੁਹਾਡੀਆਂ 7 ਨਸਲਾਂ ਨੂੰ ਉਰੂਜ ਦੇਵੇ, ਤਰੱਕੀ ਦੇਵੇ। ਤੁਸੀਂ ਅਗਰ ਇਸ ਬੰਦੇ ਨੂੰ, ਜਿਹੜਾ ਬੰਦਾ ਉਹਦਾ ਅਪਾਹਜ ਕਹਿ ਲਓ, ਜਿਹਦੇ ਕੋਲ ਹੈਂਡ ਬ੍ਰੇਕ ਨਹੀਂ ਕੀਤੀ ਜਾਂਦੀ, ਜਿਹੜਾ ਬੰਦਾ ਸਪੀਡ 'ਚ ਨਹੀਂ ਉੱਠ ਸਕਦਾ, ਜਿਹੜਾ ਮਤਲਬ ਅਨਕੰਫਰਟੇਬਲ ਹੈ, ਮੈਂ ਤੁਹਾਡੇ ਤੇ ਬੜਾ ਖੁਸ਼ ਹਾਂ। ਤੁਸੀਂ ਜਿਹੜਾ ਕੋਆਪਰੇਟ ਕੀਤਾ, ਅੱਲਾਹ ਤੁਹਾਨੂੰ ਇਹਦਾ ਅਜਰ ਦੇਗਾ ਇਨਸ਼ਾਅੱਲਾ ਬਫਜ਼ਲਿल्लाह। ਸਮੀਉੱਲਾ, ਮੈਂ ਤੇਰੇ ਤੇ ਬੜਾ ਰਾਜ਼ੀ ਹਾਂ। ਮੇਰੇ ਆਡੀਅנס ਨੂੰ ਕੀ ਪੈਗਾਮ ਦੇਣਾ ਚਾਹੁੰਦਾ? ਮੈਂ ਆਪਣੇ ਆਡੀਅנס ਨੂੰ ਇਹੋ ਹੀ ਤੁਹਾਡੇ ਆਡੀਅנס ਨੂੰ ਪੈਗਾਮ ਦੇਣਾ ਚਾਹੁੰਦਾ ਕਿ ਕੋਈ ਵੀ ਪੁਰਾਣੀ ਤੋਂ ਪੁਰਾਣੀ ਬਿਮਾਰੀ ਹੈ, ਮੈਂ ਤੁਹਾਡੇ ਸਾਹਮਣੇ ਇੱਕ ਜ਼ਿੰਦਾ ਮਿਸਾਲ ਹਾਂ ਕਿ ਮੇਰੀ 40 ਸਾਲ ਉਮਰ ਹੋ ਗਈ, ਜਿਹਦੇ ਚੋਂ ਮੈਂ ਜਦੋਂ ਦੀ ਹੋਸ਼ ਸੰਭਾਲੀ ਹੈ ਮੈਂ ਇਸੇ ਤਰ੍ਹਾਂ ਹੀ ਡਿੰਗਾ ਤੁਰਦਾ ਰਿਹਾ ਵਾਂ। ਡਿੰਗਾ ਮੈਂ ਬੱਸ ਦੇ ਉੱਤੇ ਵੀ ਨਹੀਂ ਕਿ ਜੋ ਕੋਈ ਵੀ ਪਰੇਸ਼ਾਨ ਹੈਗਾ, ਕਿਸੇ ਕਿਸਮ ਦਾ ਪੱਠਿਆਂ ਦੀ ਪ੍ਰੋਬਲਮ ਹੈ, ਕਿਸੇ ਨੂੰ ਵੀ ਪਰੇਸ਼ਾਨੀ ਹੈ, ਹਕੀਮ ਅਬੂ ਅਬਦੁੱਲਾ ਸਾਹਿਬ ਕੋਲ ਆਓ, ਇਨਸ਼ਾਅੱਲਾ ਜ਼ਰੂਰ ਠੀਕ ਹੋਵੋਗੇ। ਇਹ ਮੇਰੇ ਅੱਲਾ ਨੂੰ ਮੈਨੂੰ ਯਕੀਨ ਹੈ ਪੂਰਾ। ਦੇਖਿਓ, ਜਿਹੜਾ ਇਹਨਾਂ ਨੂੰ ਮਾਮਲਾ ਸੀ ਬੇਸਿਕਲੀ ਇਹਨਾਂ ਦੀ ਸਪਾਈਨ ਜਿਹੜੀ ਨਾ ਬਚਪਨ ਤੋਂ ਅਸੀਂ ਤੁਹਾਨੂੰ ਮੋਰਗਾ ਬੁਖਾਰ ਕਹਿੰਦੇ ਆ, ਜਾਂ ਜਿਹਨੂੰ ਪੋਲੀਓ ਵਾਲੇ ਪਾਸੇ ਵੀ ਲੈ ਜਾਂਦੇ ਨੇ, ਉਹਦੇ ਨਾਲ ਰਲਦਾ ਮਿਲਦਾ ਚੱਕਰ ਹੈ। ਅਗਰ ਵੱਡਾ ਬੁਖਾਰ ਹੋ ਜਾਂਦਾ ਹੈ ਜਾਂ ਟਾਈਫਾਇਡ ਵਿਗੜ ਜਾਂਦਾ ਹੈ ਤੇ ਉਸ ਵਜ੍ਹਾ ਤੋਂ ਤੁਹਾਡਾ ਮਸਕੂਲਰ ਸਿਸਟਮ ਜਾਂ ਤੁਹਾਡੀ ਰੀੜ੍ਹ ਦੀ ਹੱਡੀ ਦੇ ਮਸਾਇਲ ਬਣਦੇ ਨੇ। ਇਸ ਤਰ੍ਹਾਂ ਦਾ ਕੋਈ ਵੀ ਦੋਸਤ ਹੈ ਨਾ, ਪੈਸੇ ਨਹੀਂ ਹੈਗੇ ਫਿਰ ਵੀ ਆਓ, ਜੇ ਪੈਸੇ ਹੈਗੇ ਨੇ ਤੇ ਫਿਰ ਵੀ ਆਓ, ਪੂਰਾ ਤਾਮਨ ਕੀਤਾ ਜਾਏਗਾ ਇਨਸ਼ਾਅੱਲਾ ਫਜ਼ਲਿल्लाह। ਬਹੁਤ ਸ਼ੁਕਰੀਆ। ਵਮਾ ਅਲੈਨਾ इल्लल बलागुल मुबीन। अस्सलामु अलैकुम वरहमतुल्लाहि वबरकातुहू।